ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਪ੍ਰਿਆ ਤੇ ਤੁਸੀਂ ਨੌਕ ਨਿਊਜ਼ ਵੇਖ ਰਹੇ ਹੋ। 9 ਸਾਲਾਂ ਬਾਅਦ ਪਿਓ ਬਣੇ ਸ਼ਖਸ ਨੇ ਖੌਫਨਾਕ ਕਦਮ ਚੁੱਕਿਆ, ਜਿੱਥੇ ਦੱਸਿਆ ਜਾ ਰਿਹਾ ਕਿ ਜ਼ਹਿਰੀਲੀ ਚੀਜ਼ ਨਿਗਲ ਕੇ ਉਸ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਹੈ ਅਤੇ ਉੱਥੇ ਹੀ ਸਹੁਰੇ ਪਰਿਵਾਰ ਵੱਲੋਂ ਇਸ ਇਲਜ਼ਾਮ ਮ੍ਰਿਤਕ ਦੀ ਘਰਵਾਲੀ ਉੱਤੇ ਲਗਾਇਆ ਜਾ ਰਿਹਾ ਹੈ। ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸਨੇ ਹੀ ਉਹਨਾਂ ਦੇ ਮੁੰਡੇ ਨੂੰ ਮਾਰਿਆ ਤੇ ਉਸ ਤੋਂ ਬਾਅਦ ਰੋਂਦੀ ਕੁਰਲਾਉਂਦੀ ਹੋਈ ਉਹ ਪੀੜਿਤ ਪਤਨੀ ਕੈਮਰੇ ਸਾਹਮਣੇ ਆਈ ਹੈ, ਜਿਸ ਦੇ ਵਿੱਚ ਉਸ ਵੱਲੋਂ ਪੂਰੇ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਵੱਡੇ ਖੁਲਾਸੇ ਕੀਤੇ ਗਏ ਨੇ, ਜਿੱਥੇ ਉਸ ਵੱਲੋਂ ਦੱਸਿਆ ਗਿਆ ਹੈ ਕਿ 9 ਸਾਲਾਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਖੁਸ਼ੀ ਆਈ ਸੀ, ਚੰਗਾ ਭਲਾ ਆਪਣੇ ਜੀਵਨ ਬਤੀਤ ਕਰ ਰਹੇ ਸੀ, ਪਰ ਦੂਜੇ ਪਾਸੇ ਇਹ ਨਹੀਂ ਸੀ ਪਤਾ ਕਿ ਉਸਦੇ ਘਰ ਵਾਲੇ ਵੱਲੋਂ ਐਡਾ ਖੌਫਨਾਕ ਕਦਮ ਚੁੱਕਿਆ ਗਿਆ ਹੋਵੇ। ਉਸ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਸਾਡੇ ਘਰ ਦੇ ਵਿੱਚ ਤਾਂ ਫਿਨਾਲ ਦੀ ਗੋਲੀਆਂ ਬਿਲਕੁਲ ਵੀ ਨਹੀਂ ਸੀ, ਉਸਦਾ ਘਰ ਵਾਲਾ ਇਸ ਤੋਂ ਨਫ਼ਰਤ ਕਰਦਾ ਸੀ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਉਹ ਸਲਫਾਜ਼ ਦੀਆਂ ਖੋਲੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਇਸ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਨੇ। ਦੂਜੇ ਪਾਸੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਉਹਨਾਂ ਦੀ ਜਿਹੜੀ ਨਣਦ ਹੈ ਉਹ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰਦੀ ਸੀਗੀ, ਕਈ ਵਾਰ ਇਸ ਨੂੰ ਲੈ ਕੇ ਲੜਾਈ ਝਗੜਾ ਵੀ ਹੁੰਦਾ ਰਿਹਾ, ਪਰ ਅੰਤ ਦੇ ਵਿੱਚ ਕਿਤੇ ਨਾ ਕਿਤੇ ਉਸ ਉੱਤੇ ਦੋਸ਼ ਲਗਾਏ ਜਾ ਰਹੇ ਨੇ ਉਸ ਪੀੜਿਤ ਪਤਨੀ ਵੱਲੋਂ ਕਿ ਉਸ ਦੀ ਨਣਦ ਵੱਲੋਂ ਹੀ ਇਹ ਸਾਰਾ ਕਾਰਨਾਮਾ ਕੀਤਾ ਗਿਆ। ਜ਼ਮੀਨ ਹੜਪਣ ਦੇ ਖਾਤਰ ਉਹ ਕਿਸੇ ਹੱਦ ਤੱਕ ਵੀ ਜਾ ਸਕਦੀ ਸੀ, ਘਰ ਦੇ ਵਿੱਚ ਜੋ ਸਮਾਨ ਪਿਆ ਸੀ ਉਹ ਵੀ ਆਪਣੇ ਨਾਲ ਲੈ ਗਈ ਹੈ। ਇਹ ਦੋਸ਼ ਨੇ ਜਿਹੜੇ ਉਸ ਮ੍ਰਿਤਕ ਦੀ ਘਰਵਾਲੀ ਵੱਲੋਂ ਲਗਾਏ ਜਾ ਰਹੇ ਨੇ ਸਹੁਰੇ ਪਰਿਵਾਰ ਤੇ ਵੀ ਅਤੇ ਨਾਲ ਹੀ ਨਣਦ ਦੇ। ਤਾਂ ਕੀ ਕੁਝ ਬਿਆਨ ਕੀਤਾ ਗਿਆ ਉਹ ਵੀ ਤੁਹਾਨੂੰ ਸੁਣਾਵਾਂਗੇ, ਤੁਹਾਨੂੰ ਤਸਵੀਰਾਂ ਵੀ ਪਹਿਲਾਂ ਦਿਖਾਵਾਂਗੇ ਕਿਸ ਤਰ੍ਹਾਂ ਖੁਸ਼ੀ ਉਸ ਘਰ ਵਾਲੇ ਵੱਲੋਂ ਮਨਾਈ ਜਾਂਦੀ ਹੈ ਜਦੋਂ 9 ਸਾਲਾਂ ਬਾਅਦ ਉਹਨਾਂ ਦੇ ਘਰ ਦਾ ਦਰਵਾਜ਼ਾ ਖੁੱਲਦਾ ਹੈ, ਉਹਨਾਂ ਦੇ ਘਰ ਦੇ ਵਿੱਚ ਇੱਕ ਚਿਰਾਗ ਆਉਂਦਾ ਹੈ ਜਿਸ ਨੂੰ ਲੈ ਕੇ ਹਰ ਕੋਈ ਖੁਸ਼ੀਆਂ ਮਨਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਦੇਖ ਸਕਦੇ ਹੋ ਕਿ ਗੁਬਾਰੇ ਲੱਗੇ ਹੋਏ ਨੇ ਅਤੇ ਉਹ ਮ੍ਰਿਤਕ ਸ਼ਖਸ ਕਿਸ ਤਰ੍ਹਾਂ ਜਦੋਂ ਬੱਚਾ ਹੁੰਦਾ ਹੈ ਤਾਂ ਘਰ ਦੇ ਵਿੱਚ ਆਪਣੀ ਘਰਵਾਲੀ ਦੇ ਨਾਲ ਖੁਸ਼ੀਆਂ ਮਨਾ ਰਿਹਾ ਹੁੰਦਾ ਹੈ, ਪਰ ਇਹ ਨਹੀਂ ਸੀ ਪਤਾ ਕਿ 42-43 ਦਿਨਾਂ ਬਾਅਦ ਹੀ ਉਹਨਾਂ ਦੇ ਘਰ ਦੇ ਵਿੱਚ ਸन्नाटा ਛਾ ਜਾਵੇਗਾ, ਜਿੱਥੇ ਉਸੇ ਸ਼ਖਸ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ ਹੋਵੇ। ਤਾਂ ਉਸ ਘਰਵਾਲੀ ਵੱਲੋਂ ਵੀ ਦੱਸਿਆ ਗਿਆ ਹੈ ਕਿ ਉਸਦੇ ਘਰ ਵਾਲੇ ਵੱਲੋਂ ਕਿਹਾ ਗਿਆ ਸੀਗਾ ਕਿ 42 ਦਿਨ ਉਹ ਆਪਣੇ ਪੇਕੇ ਘਰ ਰਿਹਾ ਹੋਵੇ ਤੇ ਜਨੇਪੇ ਕੱਟ ਆਵੇ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਵਾਪਸ ਆ ਜਾਵੇ, ਪਰ ਇਹ ਨਹੀਂ ਸੀ ਪਤਾ ਕਿ ਉਹ ਆਪਣੇ ਪੇਕੇ ਘਰ ਰਹੇਗੀ ਤੇ ਉੱਥੇ ਉਸਦੇ ਘਰ ਵਾਲੇ ਵੱਲੋਂ ਹੀ ਅਜਿਹਾ ਖੌਫਨਾਕ ਕਦਮ ਚੁੱਕ ਗਿਆ ਹੋਵੇ। ਤਾਂ ਉੱਥੇ ਹੁਣ ਪੀੜਿਤ ਘਰਵਾਲੀ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਹੈ ਕਿ ਪੁਲਿਸ ਥਾਣਿਆਂ ਦੇ ਵਿੱਚ ਕਈ ਵਾਰ ਚੱਕਰ ਕੱਟ ਚੁੱਕੀ ਹੈ, ਪਰ ਪ੍ਰਸ਼ਾਸਨ ਵੀ ਉਹਨਾਂ ਦਾ ਕੋਈ ਸਾਥ ਦਿੰਦਾ ਹੋਇਆ ਨਜ਼ਰ ਨਹੀਂ ਆਉਂਦਾ ਤੇ ਜਿੱਥੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਉੱਥੇ ਦੂਜੇ ਪਾਸੇ ਇਸ ਪੂਰੇ ਮਾਮਲੇ ਨੂੰ ਲੈ ਕੇ ਅੰਦਰਲੀਆਂ ਗੱਲਾਂ ਵੀ ਉਹਨਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ। ਤੁਹਾਨੂੰ ਦੱਸ ਦਈਏ ਕਿ ਪੂਰਾ ਮਾਮਲਾ ਛਿਆਟੇ ਤੋਂ ਸਾਹਮਣੇ ਆਇਆ, ਜਿੱਥੇ ਇਸ ਪੂਰੇ ਮਾਮਲੇ ਦੀ ਪ੍ਰਸ਼ਾਸਨ ਵੀ ਜਾਂਚ ਕਰਨ ਦੇ ਵਿੱਚ ਲੱਗੀ ਗਈ ਹੈ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸਲ ਦੇ ਵਿੱਚ ਇਸ ਪੂਰੇ ਮਾਮਲੇ ਦਾ ਅਸਲ ਗੁਨਾਹਗਾਰ ਕੌਣ ਹੈ, ਕਿਸ ਵੱਲੋਂ ਕਿਸ ਦੇ ਕਹਿਣ ਉੱਤੇ ਉਸ ਸ਼ਖਸ ਵੱਲੋਂ ਅਜਿਹਾ ਖੌਫਨਾਕ ਜਿਹੜਾ ਕਦਮ ਹੈ ਉਹ ਚੁੱਕਿਆ ਗਿਆ ਹੈ। ਤਾਂ ਮਾਮਲੇ ਨੂੰ ਬਿਆਨ ਕਰਨ ਦੌਰਾਨ ਕੀ ਕੁਝ ਸਾਹਮਣੇ ਆ ਰਿਹਾ ਤੇ ਕੀ ਕੁਝ ਉਸ ਪੀੜਿਤ ਪਤਨੀ ਵੱਲੋਂ ਕਿਹਾ ਜਾ ਰਿਹਾ, ਸੁਣਦੇ ਹਾਂ। ਹਾਂਜੀ, ਤੁਹਾਡਾ ਕੀ ਨਾਮ ਹੈ? ਮੇਰਾ ਸੁਨੀਤਾ ਨਾਮ ਹੈ। ਕੀ ਲੱਗਦਾ ਤੁਹਾਡੀ? ਮੇਰੀ ਬੇਟੀ ਲੱਗਦੀ ਹੈ। ਕੀ ਗੱਲ ਹੋਈ ਆ ਜੀ? ਸਰ ਇਹਨਾਂ ਦਾ ਆਪਸ ਵਿੱਚ ਬਸ ਇਦਾਂ ਹੀ, ਉਹ ਸੱਸ ਤੇ ਨਨਾਣ ਨੂੰ ਸ਼ੁਰੂ ਤੋਂ ਇਹਨਾਂ ਨੂੰ ਤੰਗ ਕਰਦੇ ਸੀਗੇ। ਇਹਨਾਂ ਦੇ ਬੱਚਾ ਹੁੰਦਾ ਨਹੀਂ ਸੀ ਤੇ ਹਰ ਵੇਲੇ ਇਹੀ ਤਾਨਾ ਦਿੰਦੇ ਸੀ ਬਾਂਝ ਹੈ ਤੇ ਮੁੰਡੇ ਦਾ ਅਸੀਂ ਵਿਆਹ ਕਿਤੇ ਹੋਰ ਕਰ ਦਿੰਨੇ ਆ, ਪਰ ਮੁੰਡਾ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਸੀ। ਮੁੰਡਾ ਕਹਿੰਦਾ ਸੀ ਮੈਂ ਕਦੀ ਵੀ ਹੋਰ ਕਿਤੇ ਵਿਆਹ ਨਹੀਂ ਕਰਾਉਣਾ, ਚਾਹੇ ਮੈਂ ਦਵਾਈਆਂ ਖਾਵਾਂ ਜੋ ਮਰਜ਼ੀ ਖਾਵਾਂ, ਅਸੀਂ ਆਪਣਾ ਇਲਾਜ ਜ਼ਰੂਰ ਕਰਾਂਗੇ। ਫਿਰ ਇਹਨਾਂ ਨੇ ਆਪਣਾ ਇਲਾਜ ਵੀ ਇਲਾਜ ਕਰਨ ਤੋਂ ਵੀ ਰੋਕਦੀਆਂ ਸੀ ਵੀ ਅਸੀਂ ਇਹਨਾਂ ਦਾ ਇਲਾਜ ਨਹੀਂ ਕਰਨ ਦੇਣਾ, ਮੁੰਡੇ ਨੂੰ ਬਹੁਤ ਰੋਕਿਆ ਉਹਨਾਂ ਨੇ, ਪਰ ਮੁੰਡਾ ਫਿਰ ਵੀ ਜਨਾਨੀ ਦੇ ਕਹਿਣ ਤੇ ਬਾਬਾ ਲਾਲ ਜੀ ਦੇ ਗਏ, ਉੱਥੇ ਇਹਨਾਂ ਨੇ ਦਵਾਈ ਖਾਧੀ ਹੈ। ਉੱਥੋਂ ਦਵਾਈ ਖਾਣ ਤੋਂ ਬਾਅਦ ਇਹਨਾਂ ਦੇ ਬੱਚੇ ਦਾ ਹੋਇਆ 9 ਸਾਲਾਂ ਬਾਅਦ ਬੇਟਾ ਹੋਇਆ ਤੇ ਫਿਰ ਮੈਂ 12 ਫਰਵਰੀ ਤੋਂ ਇਹਨਾਂ ਨੂੰ ਬੱਚਾ ਜਦੋਂ 2 ਮਹੀਨੇ ਹਸਪਤਾਲ ਅਸੀਂ ਰਹੇ ਹਾਂ ਬੇਬੇ ਨਾਨਕੀ, ਤੇ ਬੇਟਾ ਮੇਰਾ ਜਵਾਈ ਸਾਡੇ ਨਾਲ ਹੀ ਉੱਥੇ ਰਹੇ 2 ਮਹੀਨੇ ਦੁਕਾਨ ਉੱਥੇ ਹਸਪੀਟਲ ਸਾਡੇ ਨਾਲ ਹਸਪੀਟਲ ਉੱਥੇ ਨਾਲ ਰਹੇ। ਤੇ ਫਿਰ ਜਦੋਂ ਬੱਚਾ ਆਇਆ ਤਾਂ ਅਸੀਂ ਘਰ ਇਹਨਾਂ ਨੂੰ ਲੈ ਕੇ ਆਏ ਹਾਂ ਤੇ ਸੱਸ ਕਹਿੰਦੀ ਹੈ ਵੀ ਤੁਸੀਂ ਨਾ ਆਪਣੇ ਘਰ ਲੈ ਜਾਓ, ਮੈਂ ਨਹੀਂ ਇਹਦਾ ਸ਼ੀਲਾ ਘਟਾ ਸਕਦੀ। ਮੈਂ ਕਿਹਾ ਕੋਈ ਨਹੀਂ, ਮੈਂ ਲੈ ਜਾਵਾਂਗੀ। ਤੇ ਅਗਲੇ ਦਿਨ 12 ਫਰਵਰੀ ਨੂੰ ਅਸੀਂ ਉਹਨੂੰ ਆਪਣੇ ਘਰ ਲੈ ਆਏ ਹਾਂ। ਘਰ ਲਿਆਉਣ ਤੋਂ ਬਾਅਦ 19 ਮਾਰਚ ਨੂੰ ਸਾਨੂੰ ਪਤਾ ਲੱਗਦਾ ਕਿ ਸਟੇਟਸ ਲਾਇਆ ਰੋਬਿਨ ਦੀ ਡੈਥ ਹੋ ਗਈ ਆ। ਤੇ ਮੇਰੀ ਬੇਟੀ ਨੇ ਮੋਬਾਈਲ ਤੇ ਦੇਖਿਆ, ਉਹਨੇ ਉਹਦੀ ਪੈਰਾਂ ਥੱਲੇ ਸਾਡੀ ਜ਼ਮੀਨ ਨਿਕਲ ਗਈ ਵੀ ਹੋ ਕੀ ਗਿਆ। ਚੰਗਾ ਭਲਾ ਤਾਂ ਹੈਗਾ, ਉਹ ਨਾ ਕੋਈ ਬਿਮਾਰ ਸੀ ਨਾ ਕੋਈ ਹੁਣ ਇਦਾਂ ਦੀ ਹਰਕਤ ਕਰ ਹੀ ਨਹੀਂ ਸਕਦਾ ਸੀ ਜਿਹੜਾ ਆਪਣੇ ਆਪ ਨੂੰ ਮਾਰ ਲਵੇ। ਇਹਨਾਂ ਨੇ ਕਿਹਾ ਕਿ ਉਹਦੀ ਜੋ
ਜੇ ਵਿੱਚ ਸਲਫਾਜ਼ ਦੀ ਗੋਲੀਆਂ ਨਿਕਲੀਆਂ, ਜੇ ਉਹਨਾਂ ਨੂੰ ਭੈਣ ਨੂੰ ਪਤਾ ਸੀ ਤਾਂ ਉਹਨੂੰ ਰੋਕਿਆ ਕਿਉਂ ਨਹੀਂ ਰੋਕਿਆ? ਤੇ ਸਾਨੂੰ ਇਨਸਾਫ ਦਵਾਇਆ ਜਾਏ ਕਿ ਉਹ ਬੱਚੇ ਨੂੰ ਹੋਇਆ ਕਿ ਇਹ 40 ਦਿਨ ਅਸੀਂ ਇਹਨਾਂ ਕੋਲ ਛੱਡਿਆ ਸੀ, ਮਾਂ ਤੇ ਧੀ ਕੋਲ, ਸੱਸ ਕੋਲ ਸੀਗਾ ਤੇ ਆਪਣੀ ਭੈਣ ਕੋਲ ਸੀਗਾ। ਹੁਣ ਕੀ ਮੰਗ ਕਰਦੇ ਹੋ? ਹੁਣ ਅਸੀਂ ਇਹ ਮੰਗ ਇਹਨਾਂ ਨੇ ਵੀ ਉਸ ਦੁਖੀ ਹੋ ਗਏ ਜਿਹੜੇ ਮੁੰਡੇ ਨੇ ਸੁਸਾਈਡ ਕੀਤੀ। ਹਾਂਜੀ, ਇਹੀ ਮੰਗ ਕਰਦੇ ਆ ਵੀ ਕੁੜੀ ਤਾਂ ਮੇਰੇ ਕੋਲ ਸੀ ਤੇ ਉਹਦੇ ਤੇ ਇਲਜ਼ਾਮ ਕਿੱਦਾਂ ਲੱਗ ਸਕਦਾ ਹੈ? ਤੇ ਹਰਾਸਮੈਂਟ ਕਰਦੇ ਸੀ, ਕਹਿੰਦੇ ਲੜਦੇ ਸੀ ਆਪਸ ਦੋਵੇਂ ਜੀ ਕਿਤੇ। ਲੜਦੇ ਬਹੁਤ ਘੱਟ ਸੀ, ਜਿੱਦਾਂ ਆਪਸ ਵਿੱਚ ਤੇ ਮੀਆਂ ਬੀਬੀ ਦੀ ਲੜਾਈ ਹੁੰਦੀ ਆ, ਥੋੜੀ ਦੇਰ ਬਾਅਦ ਫੇਰ ਇੱਕ ਹੋ ਜਾਂਦੇ ਸੀ। ਕੋਈ ਇਹਨਾਂ ਦੀ ਲੜਾਈ ਨਹੀਂ ਸੀ ਇਹ ਇਦਾਂ ਦੀ ਵੀ ਜਿੱਦਾਂ ਮਰਨ ਤੱਕ ਕਾਰਨ ਹੋ ਜਾਵੇ ਇਹਨਾਂ ਦਾ। ਕਿਤੇ ਪਹਿਲਾਂ ਵੀ ਕਈ ਵਾਰੀ ਬਾਅਦ ਜਾ ਕੇ ਸੁਸਾਈਡ ਇਹਦੇ ਬਾਰੇ ਸਾਨੂੰ ਸਰ ਕੁਝ ਨਹੀਂ ਇਹਨਾਂ ਨੇ ਦੱਸਿਆ ਵੀ ਪਹਿਲਾਂ ਵੀ ਇਹਨਾਂ ਨੇ ਸਟਾਰਟ ਕੀਤਾ, ਮਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ ਕੀਤੀ, ਇਹਦੇ ਬਾਰੇ ਸਾਨੂੰ ਕੁਝ ਨਹੀਂ ਸਰ ਪਤਾ। ਕੀ ਮੰਗ ਕਰਦੇ? ਸਾਡੀ ਇਹ ਮੰਗ ਹੈ ਵੀ ਮੇਰੀ ਕੁੜੀ ਨੂੰ ਇਨਸਾਫ ਦਿਵਾਇਆ ਜਾਵੇ। ਜੋ ਇਹਨਾਂ ਨੇ ਕੀਤਾ ਖੁਦ ਇਹਨਾਂ ਨੇ ਆਪ ਕੀਤਾ, ਆਪ ਦੱਸਣ ਸਾਨੂੰ ਵੀ 40 ਦਿਨ ਤੁਹਾਡੇ ਕੋਲ ਮੁੰਡਾ ਸੀ, ਕੀ ਹੋਇਆ ਉਹਦੇ ਨਾਲ? ਧਮਕੀ ਮਿਲਦੀ ਹੈ, ਕੁੜੀ ਨੂੰ ਬਾਰ-ਬਾਰ ਧਮਕੀ ਦਿੰਦੀ ਹੈ ਇੱਥੋਂ ਘਰੋਂ ਨਿਕਲ ਜਾਓ, ਇੱਥੋਂ ਅੰਮ੍ਰਿਤਸਰ ਛੱਡ ਕੇ ਚਲੇ ਜਾਓ, ਨਹੀਂ ਤਾਂ ਤੁਹਾਡਾ ਬਹੁਤ ਬੁਰਾ ਹਾਲ ਮੈਂ ਕਰੂੰਗੀ। ਕੀ ਮੰਗ ਕਰਦੇ? ਮੰਗ ਹੈ ਮੈਂ ਕਰਦੀ ਹਾਂ ਕਿ ਮੇਰੇ ਕੁੜੀ ਦਾ ਤੇ ਬੱਚੇ ਨੂੰ ਇਨਸਾਫ ਦਿੱਤਾ ਜਾਵੇ ਬਸ। ਹਾਂਜੀ, ਕੀ ਨਾਮ ਤੁਹਾਡਾ? ਦੀਪਿਕਾ ਗੁਪਤਾ, ਕਿੱਥੇ ਗਏ ਜੀ? ਅੰਮ੍ਰਿਤਸਰ ਛਾਟਾ ਚੌਕ। ਕੀ ਗੱਲ ਹੋਈ ਤੁਹਾਡੇ ਸਹੁਰਿਆਂ ਤੋਂ? ਕੀ ਤੁਹਾਡੇ ਘਰ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਤੁਹਾਡੇ ਸਹੁਰਿਆਂ ਵੱਲੋਂ, ਤੁਹਾਡੀ ਸੱਸ ਨੂੰ ਖਾਸ ਕਰਕੇ, ਕੀ ਉਹਨਾਂ ਨੇ ਜਿਹੜੇ ਪਤੀ ਦੀ ਤੁਹਾਡੇ ਦਾ ਕਾਰਨ ਕੀ ਹੈ? ਸਰ ਮੈਨੂੰ ਕੁਝ ਨਹੀਂ ਪਤਾ। ਮੈਂ 12 ਫਰਵਰੀ ਤੋਂ ਆਪਣੇ ਪੇਕਿਆਂ ਘਰ ਰਹਿ ਰਹੀ ਸੀਗੀ। ਮੇਰੇ 9 ਸਾਲਾਂ ਬਾਅਦ ਬੱਚਾ ਹੋਇਆ ਸੀ ਤੇ ਮੇਰੇ ਹਸਬੰਡ ਨੇ ਕਿਹਾ ਸੀ ਕਿ ਤੁਸੀਂ ਆਪਣੇ ਜਾ ਕੇ ਉੱਥੇ ਜਨੇਪਾ ਕੱਟਿਓ। ਅਸੀਂ ਬਹੁਤ ਖੁਸ਼ ਸੀ, ਸਾਡੀ ਬਹੁਤ ਵਧੀਆ ਜ਼ਿੰਦਗੀ ਚੱਲ ਰਹੀ ਸੀਗੀ, ਪਰ ਮੈਨੂੰ ਪਤਾ ਨਹੀਂ ਪਿੱਛੋਂ ਕੀ ਹੋਇਆ ਕੀ ਨਹੀਂ ਹੋਇਆ। ਮੇਰੇ ਹਸਬੰਡ ਦੀ ਕਿਸ ਤਰ੍ਹਾਂ ਡੈਥ ਹੋਈ ਆ, ਮੈਨੂੰ ਸੁਣਨ ਵਿੱਚ ਆਇਆ ਕਿ ਉਹਨਾਂ ਨੇ ਸਲਫਾਜ਼ ਦੀਆਂ ਗੋਲੀਆਂ ਖਾਧੀਆਂ, ਪਰ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਕਿਉਂਕਿ ਸਾਡੇ ਘਰ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਤਾਂ ਫਰਨੈਲ ਦੀ ਗੋਲੀਆਂ ਵੀ ਨਹੀਂ ਮੈਨੂੰ ਵਰਤਣ ਦਿੰਦੇ ਸੀਗੇ। ਉਹ ਤਾਂ ਬਹੁਤ ਜ਼ਿਆਦਾ ਇਸ ਪ੍ਰਤੀ ਕੌਨਸ਼ੀਅਸ ਸੀਗੇ। ਔਰ 2 ਦਿਨ ਪਹਿਲਾਂ ਹੀ ਮਤਲਬ ਮੈਨੂੰ ਉਹਨਾਂ ਦੇ ਕਸਟਮਰਸ ਦਾ ਫੋਨ ਆ ਰਿਹਾ ਕਿ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਉਹਨਾਂ ਨੂੰ ਕਿ ਸਾਡੇ ਘਰ ਪਾਠ ਆ ਤੇ ਆਪਾਂ ਬੱਚੇ ਦੀ ਖੁਸ਼ੀ ਲਈ ਪਾਠ ਰਖਵਾਇਆ ਹੋਇਆ ਵਾ ਤੇ ਤੁਸੀਂ ਆਇਓ। ਤੇ ਇਸ ਲਈ ਮੈਨੂੰ ਪ੍ਰੋਪਰ ਕਿ ਕੋਈ ਯਕੀਨ ਨਹੀਂ ਉਹਨਾਂ ਦਾ ਮਰਡਰ ਹੋਇਆ ਵਾ ਔਰ ਜਿਹਦੇ ਪਿੱਛੇ ਮੇਰੀ ਨਨਾਣ ਦਾ ਹੱਥ ਆ, ਕਿਉਂਕਿ ਸਰ ਨਨਾਣ ਮੇਰੀ ਬਹੁਤ ਲਾਲਚੀ ਸੀ। ਉਹ ਪਹਿਲਾਂ ਹੀ 2 ਸਾਲ ਪਹਿਲਾਂ ਮੇਰੇ ਸਹੁਰੇ ਦੀ ਡੈਥ ਹੋ ਗਈ ਸੀ, ਹਿੱਸਾ ਮੰਗਦੀ ਪਈ ਸੀਗੀ ਤੇ ਉਹਨਾਂ ਨੂੰ ਪੈਸੇ ਵੀ ਦੇ ਦਿੱਤੇ ਸੀਗੇ 2 ਲੱਖ ਰੁਪਈਆ, ਔਰ ਉਹਨਾਂ ਨੂੰ ਮੈਨੇ ਜਿਹੜੇ ਸਹੁਰੇ ਦਾ ਸੋਨਾ ਸੀਗਾ ਉਹ ਵੀ ਦੇ ਦਿੱਤਾ ਸੀਗਾ, ਪਰ ਫਿਰ ਵੀ ਉਹਨਾਂ ਦਾ ਲਾਲਚ ਪੂਰਾ ਨਹੀਂ ਹੋਇਆ ਔਰ ਉਹ ਬਾਰ-ਬਾਰ ਕਹੀ ਜਾ ਰਹੇ ਸੀ ਮੈਨੂੰ ਪ੍ਰੋਪਰ ਅੱਧਾ ਹਿੱਸਾ ਦੇ। ਤੇ ਮੇਰੇ ਹਸਬੰਡ ਕਹਿੰਦੇ ਸੀ ਜਦੋਂ ਮਕਾਨ ਵਿਕੇਗਾ ਉਦੋਂ ਮੈਂ ਤੈਨੂੰ ਅੱਧਾ ਹਿੱਸਾ ਦੇ ਦਾਂਗਾ। ਜਦੋਂ ਹੁਣ ਮੇਰੇ ਹਸਬੰਡ ਦੀ ਡੈਥ ਹੋ ਗਈ ਆ, ਉਹ ਪਿੱਛੋਂ ਆ ਕੇ ਦੁਕਾਨ ਤੇ ਉਸਨੇ ਸਾਰੀਆਂ ਰਜਿਸਟਰੀਆਂ, ਜਿੰਨਾ ਮੇਰੇ ਘਰ ਵਾਲੇ ਦਾ ਸੋਨਾ ਸੀ, ਮੇਰਾ ਸੋਨਾ ਸੀ, ਉਹ ਸਾਰਾ ਲੈ ਗਈ ਆ, ਮੋਬਾਈਲ ਵੀ ਲੈ ਗਈ ਆ। ਔਰ ਕੱਲ ਮੈਨੂੰ ਪਤਾ ਚੱਲਦਾ ਆ ਕਿ ਉਹ ਏਸੀ ਵੀ ਲੈ ਕੇ ਗਈ ਆ। ਸਾਡੇ 2 ਏਸੀ ਲੱਗੇ ਹੋਏ ਸੀਗੇ ਨੀਚੇ ਦੁਕਾਨ ਤੇ, ਇੱਕ ਉੱਪਰ ਕਮਰੇ 'ਚ, ਤੇ ਉਹਨਾਂ ਦੀ ਬਾਈਕ ਪਈ ਹੋਈ ਸੀ ਉਹ ਲੈ ਗਈ ਆ ਤੇ LCD ਲਾ ਕੇ ਲੈ ਗਈ ਆ। ਦੁਕਾਨ ਪੂਰੀ ਤਰ੍ਹਾਂ ਖਾਲੀ ਕਰ ਗਈ ਹੋਈ ਆ। ਹੁਣ ਮੇਰਾ 40 ਦਿਨਾਂ ਦਾ ਬੱਚਾ, ਮੈਂ ਆਪਣੇ ਬੱਚੇ ਨੂੰ ਲੈ ਕੇ ਹੁਣ ਸਰ ਕਿੱਥੇ ਜਾਵਾਂ? ਕਿਉਂ ਨਹੀਂ ਤੁਹਾਨੂੰ ਘਰ ਚ ਮਾਰ ਰਹੀ? ਕਿਉਂ ਤੁਹਾਡੀ ਸੱਸ ਨਾਲ ਕਰ? ਮੈਨੂੰ ਬਾਰ-ਬਾਰ ਕਿਉਂਕਿ ਸਰ ਮੇਰੇ ਪਹਿਲਾਂ ਸ਼ੁਰੂ ਤੋਂ ਬੱਚਾ ਨਹੀਂ ਹੁੰਦਾ ਸੀ ਤੇ ਮੈਨੂੰ ਤਾਨੇ ਮੇਰੇ ਮਾਰਦੇ ਸੀਗੇ, ਕਹਿੰਦੇ ਸੀਗੇ ਕਿ ਨਹੀਂ ਹੋਣਾ, ਤੁਸੀਂ ਇੱਥੋਂ ਚਲ ਜਾਓ। ਮੈਂ ਤੇ ਮੇਰੇ ਹਸਬੈਂਡ ਨੇ ਅਲੱਗ ਅਸੀਂ ਘਰ ਬਣਾਇਆ ਸੀ ਦੁਕਾਨ ਦੇ ਉੱਪਰ। ਅਸੀਂ ਬੜੇ ਖੁਸ਼ੀ ਰਹਿ ਰਹੇ ਸੀਗੇ। ਜਦੋਂ ਮੇਰੇ ਸਹੁਰੇ ਦੀ ਡੈਥ ਹੋ ਗਈ ਤੇ ਮੇਰੇ ਹਸਬੈਂਡ ਮੈਨੂੰ ਉੱਧਰ ਲੈ ਗਏ। ਹੁਣ ਮੇਰੇ ਕੋਲ ਕੋਈ ਸਮਾਨ ਨਹੀਂ ਹੈ, ਇੱਥੋਂ ਤੱਕ ਕਿ ਇੱਕ ਕੱਪੜਾ ਵੀ ਨਹੀਂ ਹੈਗਾ, ਉਹ ਵੀ ਮੇਰੇ ਇੱਥੇ ਪਏ ਹੋਏ ਸਹੁਰਿਆਂ ਵੱਲ ਮੈਨੂੰ ਚੁੱਕਣ ਵੀ ਨਹੀਂ ਦੇ ਰਹੀ। ਤੁਸੀਂ ਇਸ ਸੰਬੰਧ ਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਗੈਰਾ? ਤੁਹਾਨੂੰ ਘਰ ਨਹੀਂ ਮਾਰਦੇ? ਹਾਂਜੀ ਸਰ, ਮੈਂ ਦਿੱਤੀ ਸੀ ਸ਼ਿਕਾਇਤ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਜੇ ਮੈਂ ਛਾਟੇ ਚੌਂਕ ਜਾਂਦੀ ਹਾਂ ਤੇ ਉਹ ਮੈਨੂੰ ਕਹਿ ਦਿੰਦੇ ਹੈ ਕਿ ਬਿਆਸ ਡੈਥ ਹੋਈ, ਬਿਆਸ ਜਾਓ। ਜੇ ਬਿਆਸ ਜਾਂਦੀ ਤੇ ਬਿਆਸ ਵਾਲੇ ਕਹਿ ਦਿੰਦੇ ਛਾਟੇ ਜਾਓ। ਤੇ ਛਾਟੇ ਵਾਲਾ ਵੀ ਰਿਆਸ਼ ਮੇਰੀ ਛਾਟੇ ਲੱਗੇ ਜੀ, ਥਾਣਾ ਛਾਟਾ ਪੈਂਦਾ। ਹਾਂਜੀ ਸਰ, ਮੈਂ ਕਿਹਾ ਸੀਗਾ ਪਰ ਸਰ ਕੋਈ ਕਾਰਵਾਈ ਨਹੀਂ ਹੋ ਰਹੀ, ਮੈਨੂੰ ਕੁਝ ਨਹੀਂ, ਇਨਸਾਫ ਨਹੀਂ ਮਿਲ ਰਿਹਾ। ਪਰ ਤੁਹਾਡੇ ਤੇ ਇਲਜ਼ਾਮ ਲਾਏ ਤੁਹਾਡੀ ਸੱਸ ਨੇ, ਤੁਹਾਡੇ ਨਾਲ ਨੇ ਵੀ ਮੇਰੇ ਪੁੱਤਰ ਦੀ ਜਿਹੜੀ ਹੈ ਸਰ ਮੈਨੂੰ ਸਭ ਤੋਂ ਵੱਡਾ ਲੋਸ ਸਰ ਮੇਰੇ ਘਰ ਵਾਲੇ ਦਾ। ਸਰ ਮੈਂ ਆਪਣੇ ਘਰ ਵਾਲੇ ਤੋਂ ਬਿਨਾਂ ਨਹੀਂ ਰਹਿੰਦੀ ਸੀ, ਨਾ ਉਹ ਮੇਰੇ ਤੋਂ ਬਿਨਾਂ ਰਹਿੰਦੇ ਸੀਗੇ। ਸਰ ਮੈਂ ਹੁਣ ਤੁਸੀਂ ਕਹਿ ਰਹੇ ਹੋ ਕਿ ਹਾਂ ਕਿ ਉਹ ਇਲਜ਼ਾਮ ਲਗਾ ਰਹੇ ਆ। ਸਰ ਕਿਉਂ ਇਲਜ਼ਾਮ ਲਗਾ ਰਹੇ? ਸਰ ਮੈਨੂੰ ਨਹੀਂ ਪਤਾ। ਉਹ ਪ੍ਰਾਪਰਟੀ ਵਾਸਤੇ ਇਲਜ਼ਾਮ ਲਗਾ ਰਹੇ ਕਿ ਸਾਰੀ ਪ੍ਰਾਪਰਟੀ ਮੇਰੀ ਨਨਾਣ ਨੂੰ ਮਿਲ ਜਵੇ। ਇਹਦੇ ਲੜਾਈ ਕੋਈ ਘੱਟ ਹੋ ਰਹੀ ਸੀ ਤੁਹਾਡੇ ਵੱਲੋਂ, ਕਹਿੰਦੇ ਸ਼ੰਕੂ ਨੂੰ ਮਾਰਿਆ ਜਾਂਦਾ ਹੈ, ਨਨਾਣ ਸੱਸ ਕਰਵਾਉਂਦੇ ਸੀ ਲੜਾਈ। ਨਹੀਂ ਸਰ ਕੋਈ ਗੱਲ ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਸੀਗੀ। ਸਰ ਜੇ ਮੰਨ ਲਓ ਜੇ ਲੜਾਈ ਥੋੜੀ ਬਹੁਤੀ ਹੁੰਦੀ ਵੀ ਸੀ ਤੇ ਸਵੇਰੇ ਸਰ ਮੇਰੇ ਕੋਲ ਮਾਫੀ ਮੰਗ ਲੈਂਦੇ ਸੀ। ਸਾਡੇ ਦੋਨਾਂ ਵਿੱਚ ਇਹ ਖਾਸੀਅਤ ਸੀਗੀ ਜੇ ਅਸੀਂ ਲੜੇ ਆ ਨਾ, ਸਾਡੀ ਉਸੇ ਟਾਈਮ ਘੰਟੇ ਤੱਕ ਪ੍ਰੋਬਲਮ ਸੋਲਵ ਹੋ ਜਾਣੀ ਆ। ਫਿਰ ਅਸੀਂ ਦੋਨਾਂ ਨੇ ਕਿਤੇ ਨਾ ਕਿਤੇ ਘੁੰਮਣ ਚੱਲ ਜਾਣਾ ਵਾ। ਤੁਸੀਂ ਆਲੇ ਦੁਆਲੇ ਗੁਆਂਢੀਆਂ ਸਾਰਿਆਂ ਨੂੰ ਪੁੱਛ ਸਕਦੇ ਹੋ। ਜਿੱਦੇ ਤੁਹਾਡੇ ਹਸਬੰਡ ਡੈਥ ਹੁੰਦੀ ਹੈ ਤੁਸੀਂ ਉਹ ਕਿੱਥੇ ਸੀ, ਤੁਹਾਨੂੰ ਕਦੋਂ ਪਤਾ ਲੱਗਾ?
ਸਰ ਮੈਂ ਆਪਣੇ ਪੇਕਿਆ ਘਰ ਸੀਗੀ, ਬਾਅਦ ਵਿੱਚ ਮੈਨੂੰ ਪਤਾ ਚੱਲਦਾ ਆ ਕਿ ਮੇਰੀ ਨਨਾਣ ਮੇਰੇ ਘਰ ਵਾਲੇ ਦੇ ਮੋਬਾਈਲ ਤੇ ਸਟੇਟਸ ਲਗਾਉਂਦੀ ਆ ਕਿ ਉਹਦਾ 10 ਵਜੇ ਸੰਸਕਾਰ ਆ, ਉਹ ਵੀ 9 ਵਜੇ ਸਟੇਟਸ ਲਗਾਉਂਦੀ ਆ। ਤੇ ਮੈਂ ਉਹਨਾਂ ਨੂੰ ਫੋਨ ਕਰਦੀ ਆ, ਮੈਂ ਕਿਹਾ ਦੀਦੀ ਤੇ ਸੱਚੀ ਮੇਰੇ ਹਸਬੰਡ ਦੀ ਡੈਥ ਹੋ ਗਈ ਆ। ਤੇ ਦੀਦੀ ਕਹਿੰਦੇ ਆ ਕਿ ਤੂੰ ਇੱਥੇ ਆ ਕੇ ਵੇਖ। ਤੇ ਮੈਂ ਤੂੰ ਮੇਰੇ ਭਰਾ ਨੂੰ ਖਾ ਗਈ ਹੈ, ਇੱਦਾਂ ਇੱਦਾਂ ਬੋਲੀ ਗਏ ਆ। ਫਿਰ ਮੈਂ ਫੋਨ ਕਰ ਦਿੱਤਾ, ਫਿਰ ਮੈਂ ਰਿਸ਼ਤੇਦਾਰਾਂ ਨੂੰ ਫੋਨ ਕੀਤਾ, ਉਹ ਕਹਿੰਦੇ ਕਿ ਹਾਂਜੀ ਡੈਥ ਹੋ ਗਈ ਹੈ। ਮੈਂ ਕਿਹਾ ਤੁਸੀਂ ਰੋਕ ਲਓ ਕਿਉਂਕਿ ਸਾਡੇ 9 ਸਾਲਾਂ ਬਾਅਦ ਬੱਚਾ ਹੋਇਆ ਹੈ ਤੇ ਮੇਰੇ ਬੱਚੇ ਦੇ ਹੱਥੋਂ ਸੰਸਕਾਰ ਕਰਵਾਈਓ। ਪਰ ਨਹੀਂ ਰੋਕਿਆ ਗਿਆ। ਮੈਂ 112 ਕਾਲ ਨੰਬਰ ਤੇ ਪੁਲਿਸ ਨੂੰ ਕਾਲ ਵੀ ਕੀਤੀ ਕਿ ਸੰਸਕਾਰ ਰੋਕ ਦਿਓ। ਜਿੰਨੀ ਦੇਰ ਤੱਕ ਪੁਲਿਸ ਉੱਥੇ ਪਹੁੰਚੀ ਤੇ ਮੈਂ ਪਹੁੰਚੀ ਆ, ਉਨੀ ਦੇਰ ਨੂੰ ਸੰਸਕਾਰ ਕਰਕੇ ਚਲੇ ਗਏ ਸੀਗੇ। ਇਸ ਦੌਰਾਨ ਮੈਂ ਆਪਣੀ ਸਹੇਲੀਆਂ ਨੂੰ ਵੀ ਉੱਥੇ ਭੇਜਿਆ ਕਿ ਤੁਸੀਂ ਜਾ ਕੇ ਕੋਸ਼ਿਸ਼ ਕਰੋ ਕਿਉਂਕਿ ਉਹ ਅੰਮ੍ਰਿਤਸਰ ਰਹਿੰਦੀਆਂ ਸੀਗੀਆਂ, ਪਰ ਉਹਨਾਂ ਨੂੰ ਵੀ ਮੇਰੀ ਨਨਾਣ ਨੇ ਧੱਕੇ ਮਾਰ ਕੇ ਕੱਢ ਦਿੱਤਾ ਉਹਨਾਂ ਨੂੰ ਉੱਥੋਂ ਬਾਹਰ। ਤੇ ਇਸ ਕਰਕੇ ਸਜਣਾ ਅਗਰਵਾਲ ਜੋ ਮੇਰੀ ਨਨਾਣ ਹੈ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਗੁੱਸੇ 'ਚ ਬੋਲੀ ਤੇ ਉੱਥੋਂ ਜਲਦੀ ਜਲਦੀ ਭੱਜ ਕੇ ਨਿਕਲ ਗਈ, ਜਿਸ ਕਾਰਨ ਮੈਨੂੰ ਉਹਨਾਂ ਦੀ ਅਸਥੀਆਂ ਵੀ ਨਹੀਂ ਮਿਲਦੀਆਂ ਪਈਆਂ। ਉਹ ਹਜੇ ਵੀ ਅਸਥੀਆਂ ਦੁਰਗਿਆਨਾ ਮੰਦਿਰ ਹੀ ਆ ਕਿਉਂਕਿ ਮੇਰੇ ਕੋਲ ਕੋਈ ਪਰਚੀਆਂ ਨਹੀਂ ਹੈਗੀਆਂ ਔਰ ਉਹ ਮੈਨੂੰ ਅਸਥੀਆਂ ਵੀ ਨਹੀਂ ਦੇ ਰਹੇ। ਘਰੋਂ ਕੱਢ ਦਿੱਤਾ ਜੀ ਸਹੁਰੇ ਪਰਿਵਾਰ ਨੇ। ਕਿੱਥੇ ਵੀ ਰਹਿ ਰਹੇ ਹੋ? ਮੈਂ ਹੁਣ ਕੱਲ ਜਦੋਂ ਮੈਨੂੰ ਪਤਾ ਚੱਲਿਆ ਕਿ ਮੇਰੇ ਹਸਬੰਡ ਦੀ ਦੁਕਾਨ ਤੋਂ ਏਸੀ ਚੋਰੀ ਹੋ ਰਿਹਾ ਹੈ ਤੇ ਇਸ ਕਰਕੇ ਮੈਂ ਫਿਰ ਕੱਲ ਤੋਂ ਸਰ ਆਪਣੇ ਉੱਪਰ ਰਹਿ ਰਹੀ ਦੁਕਾਨ ਦੇ ਉੱਪਰ ਵਾਲੇ ਮਕਾਨ 'ਚ। ਜੇ ਅਗਰ ਇਨਸਾਫ ਨਹੀਂ ਮਿਲਦਾ ਅਗਲੀ ਰਣਨੀਤੀ ਤੁਹਾਡੀ ਕੀ ਹੈ? ਕੀ ਪੁਲਿਸ ਨੂੰ ਆਸਰਾ ਤੇ ਮੈਨੂੰ ਜੇ ਅਗਰ ਨਹੀਂ ਇਨਸਾਫ ਮਿਲਦਾ ਤੇ ਮੈਂ ਇੱਥੇ ਸ਼ਰਾਡੇ ਚੌਂਕ ਵਿੱਚ ਧਰਨਾ ਦੇਣਾ ਚਾਹੁੰਦੀ ਹਾਂ। ਹੁਣ ਸਰ ਕੀ ਹੈ ਜੀ ਮਾਮਲਾ ਹੈ ਜਿਹੜੀ ਗੁੱਪਤ ਜਵਾਬ ਦਾ? ਇਹ 'ਚ ਇੱਕ ਸਾਡੇ ਕੋਲ ਨਾ ਦੋਨਾਂ ਤਰ੍ਹਾਂ ਵੱਲੋਂ ਦਰਖਾਸਤ ਆਈ ਸੀ ਵੀ ਇੱਕ ਦੀ ਮਤਲਬ ਬੇਟੇ ਨੇ ਸੁਸਾਈਡ ਕਰ ਲਿਆ, ਉਹਦੀ ਵਾਈਫ ਅਲੈਜ ਕਰਦੀ ਵੀ ਉਹਦੇ ਨਾਲ ਕੋਈ ਮਤਲਬ ਉਹਦੀ ਪ੍ਰਾਪਰਟੀ ਤੋਂ ਲੈ ਕੇ ਮੇਰੇ ਨਾਲ ਧੱਕਾ ਕਰ ਰਿਹਾ ਹੈ ਜਿਹੜੇ ਸਹੁਰਾ ਪਰਿਵਾਰ। ਤੇ ਪਰ ਉਹਨਾਂ ਵੱਲੋਂ ਜਿਹੜਾ ਜਿਨ੍ਹਾਂ ਦਾ ਬੇਟਾ ਦੀ ਡੈਥ ਹੋਈ ਆ ਉਹ ਕਹਿ ਰਹੇ ਵੀ ਇਹਦੀ ਵਾਈਫ ਤੋਂ ਦੁਖੀ ਹੋ ਕੇ ਇਹਨਾਂ ਨੇ ਸੁਸਾਈਡ ਕੀਤਾ ਬੇਟੇ ਨੇ। ਤੇ ਉਹਨਾਂ ਦਾ ਆਪਸ 'ਚ ਉਹਨਾਂ ਦਾ ਰੋਸ ਆ। ਤੇ ਜੀ ਦਰਖਾਸਤਾਂ ਦੋਵਾਂ ਤਰ੍ਹਾਂ ਨਾਲ ਹੀ ਸੁਣਾਈ ਕਰ ਰਹੇ ਨੇ। ਘਰ 'ਚ ਵੜਨ ਵਾਲੀ ਵੀ ਗੱਲ ਕੀਤੀ ਸੀ ਜਾਂ ਮੇਰੇ ਘਰੇ ਨਹੀਂ ਵੜਨੀ? ਪ੍ਰਾਪਰਟੀ ਦੇ ਲੈ ਕੇ ਡਿਸਪਿਊਟ ਹੈ ਜੀ ਦੋਵਾਂ ਤਰ੍ਹਾਂ ਦਾ, ਦੋਵਾਂ ਇੱਕ ਦੂਜੇ ਤੇ ਦੋਸ਼ ਲਾ ਰਹੇ।